ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਗੱਲ ਕਰਨ ਜਾ ਰਹੇ ਹਾਂ ਇਤਿਹਾਸ ਦੀ ਉਸ ਮਹਾਨ ਔਰਤ ਬਾਰੇ ਜੋ ਇਤਿਹਾਸ ਵਿੱਚ ਜੇਕਰ ਨਾ ਮੌਜੂਦ ਹੁੰਦੀ ਤਾਂ ਹੋ ਸਕਦਾ ਕਿ ਐਡਾ ਵੱਡਾ ਖਾਲਸਾ ਸਾਮਰਾਜ ਨਾ ਖੜਾ ਹੁੰਦਾ, ਸਾਨੂੰ ਸਾਡਾ ਮਹਾਰਾਜਾ ਰਣਜੀਤ ਸਿੰਘ ਨਾ ਮਿਲਦਾ ਤੇ ਪੰਜਾਬ ਪਹਿਲਾਂ ਵਾਂਗੂ ਹੀ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਰਹਿੰਦਾ। ਗੱਲ ਕਰਨ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਬਖਸ਼ਣ ਵਾਲੀ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਪਹਿਲੀ ਜਿੱਤ ਦਿਵਾਉਣ ਵਾਲੀ ਉਹਨਾਂ ਦੀ ਸੱਸ ਸਦਾ ਕੌਰ ਬਾਰੇ। ਦੋਸਤੋ, ਉਹਨਾਂ ਦਾ ਜਨਮ 1762 ਈਸਵੀ ਦੇ ਵਿੱਚ ਸਰਦਾਰ ਦਸਵੰਧਾ ਸਿੰਘ ਦੇ ਘਰ ਹੋਇਆ। ਇਹ ਘਰਾਣਾ ਪਹਿਲਾਂ ਤੋਂ ਹੀ ਵੀਰ ਯੋਧਿਆਂ ਦਾ ਘਰਾਣਾ ਸੀ, ਜਿਸ ਕਰਕੇ ਬਹਾਦਰੀ, ਵੀਰਤਾ ਅਤੇ ਅਗਵਾਈ ਕਰਨ ਦੇ ਗੁਣ ਉਹਨਾਂ ਦੇ ਵਿੱਚ ਬਚਪਨ ਤੋਂ ਹੀ ਆ ਗਏ ਸਨ। ਸਦਾ ਕੌਰ ਦਾ ਵਿਆਹ ਘਨੱਈਆ ਮਿਸਲ ਦੇ ਸਰਦਾਰ ਜੈ ਸਿੰਘ ਘਨੱਈਆ ਦੇ ਇਕਲੌਤੇ ਪੁੱਤਰ ਸਰਦਾਰ ਗੁਰਬਖਸ਼ ਸਿੰਘ ਨਾਲ ਹੋਇਆ ਸੀ। ਉਹ ਬਹੁਤ ਹੀ ਸੋਹਣਾ, ਸੁਨੱਖਾ ਅਤੇ ਦਰਸ਼ਨੀ ਨੌਜਵਾਨ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਘੋੜ ਸਵਾਰੀ ਤੇ ਤਲਵਾਰਬਾਜ਼ੀ ਦੇ ਚਰਚੇ ਪੂਰੇ ਇਲਾਕੇ ਦੇ ਵਿੱਚ ਸਨ। ਹਰ ਕੋਈ ਉਹਨਾਂ ਦੀ ਘੋੜ ਸਵਾਰੀ ਤੇ ਤਲਵਾਰਬਾਜ਼ੀ ਦੀ ਪ੍ਰਸ਼ੰਸਾ ਕਰਦਾ ਸੀ। ਸੋ ਇਹਨਾਂ ਦੋਹਾਂ ਦਾ ਵਿਆਹ ਬਹੁਤ ਹੀ ਧੂਮਧਾਮ ਦੇ ਨਾਲ ਅਤੇ ਸ਼ਾਹੀ ਠਾਠ-ਬਾਠ ਦੇ ਨਾਲ ਹੋਇਆ ਸੀ। 1784 ਦੀ ਦੀਵਾਲੀ ਲੰਘੀ ਹੀ ਸੀ ਕਿ ਸੰਸਾਰ ਚੰਦ ਕਟੋਚੀਆ, ਜੱਸਾ ਸਿੰਘ ਰਾਮਗੜੀਆ ਅਤੇ ਮਹਾਂ ਸਿੰਘ ਸ਼ੁਕਰਚੱਕੀਆ ਨੇ ਘਨੱਈਆ ਮਿਸਲ ਦੇ ਉੱਤੇ ਹਮਲਾ ਕਰ ਦਿੱਤਾ। ਦੋਸਤੋ, ਇਹ ਹਮਲਾ ਬਟਾਲਾ ਦੇ ਨੇੜੇ 2 ਮੀਲ ਦੇ ਫਾਸਲੇ ਤੇ ਹੋਇਆ ਤੇ ਇੱਥੇ ਹੀ ਬਹੁਤ ਘਮਾਸਾਨ ਯੁੱਧ ਹੋਇਆ। ਘਨੱਈਆ ਮਿਸਲ ਦੀ ਅਗਵਾਈ ਸਰਦਾਰ ਗੁਰਬਖਸ਼ ਸਿੰਘ ਕਰ ਰਹੇ ਸਨ ਤੇ ਦੂਜੇ ਪਾਸੇ ਤਿੰਨੇ ਜਰਨੈਲ ਸਨ। ਕਿਹਾ ਜਾਂਦਾ ਹੈ ਕਿ ਇਸ ਲੜਾਈ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਨੇ ਤਲਵਾਰਬਾਜ਼ੀ ਤੇ ਘੋੜਸਵਾਰੀ ਦੇ ਉਹ ਜੌਹਰ ਦਿਖਾਏ ਜਿਸ ਕਰਕੇ ਉਹ ਬਹੁਤ ਮਸ਼ਹੂਰ ਸੀ ਤੇ ਦੇਖਣ ਵਾਲੇ ਦੇਖਦੇ ਰਹਿ ਗਏ ਸੀ। ਦੁਸ਼ਮਣ ਵੀ ਉਹਨਾਂ ਦੀ ਤਾਰੀਫ ਕਰਨ ਤੋਂ ਨਹੀਂ ਸੀ ਖੁੰਝਿਆ। ਕਿਹਾ ਜਾਂਦਾ ਹੈ ਕਿ ਇਸ ਜੰਗ ਦੇ ਵਿੱਚ ਜਦੋਂ ਦੁਸ਼ਮਣ ਕਿਸੇ ਇੱਕ ਪਾਸੇ ਭਾਰੀ ਹੋ ਜਾਂਦਾ ਸੀ ਤਾਂ ਉਹ ਤੁਰੰਤ ਘੋੜੇ ਨੂੰ ਅੱਡੀ ਲਾ ਕੇ ਉੱਥੇ ਪਹੁੰਚ ਜਾਂਦਾ ਸੀ। ਇੰਨੇ ਨੂੰ ਕੋਈ ਦੂਸਰਾ ਪਾਸਾ ਭਾਰੀ ਪੈ ਜਾਂਦਾ ਤਾਂ ਉਹ ਤੁਰੰਤ ਉੱਥੇ ਪਹੁੰਚ ਜਾਂਦਾ ਸੀ। ਇਸ ਲੜਾਈ ਦੇ ਵਿੱਚ ਉਸਨੇ ਤਲਵਾਰਬਾਜ਼ੀ ਦੇ ਬਹੁਤ ਜ਼ੋਰ ਦਿਖਾਏ ਤੇ ਦੇਖਣ ਵਾਲੇ ਦੁਸ਼ਮਣ ਵੀ ਹੈਰਾਨ ਰਹਿ ਗਏ ਸਨ। ਇੱਕ ਪਾਸੇ ਸਰਦਾਰ ਗੁਰਬਖਸ਼ ਸਿੰਘ ਘਨੱਈਆ ਮਿਸਲ ਵੱਲੋਂ ਫੌਜ ਦੀ ਅਗਵਾਈ ਕਰ ਰਹੇ ਸਨ ਤੇ ਦੂਜੇ ਪਾਸੇ 3 ਸਰਦਾਰ ਸੰਸਾਰ ਚੰਦ ਕਟੋਚੀਆ, ਮਹਾਂ ਸਿੰਘ ਸ਼ੁਕਰਚੱਕੀਆ ਤੇ ਜੱਸਾ ਸਿੰਘ ਰਾਮਗੜੀਆ ਵਰਗੇ ਮਹਾਨ ਜਰਨੈਲ ਲੜ ਰਹੇ ਸਨ। ਕਹਿ ਸਕਦੇ ਹਾਂ ਕਿ ਇਸ ਲੜਾਈ ਦੇ ਵਿੱਚ ਸ਼ੇਰ ਆਪਸ ਵਿੱਚ ਭਿੜ ਰਹੇ ਸਨ। ਇਸ ਘਮਾਸਾਨ ਲੜਾਈ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਬਹਾਦਰੀ ਦੇ ਜ਼ੋਰ ਦਿਖਾਉਂਦਾ ਰਿਹਾ, ਪਰ ਇੱਕ ਬੰਦਾ 3 ਜਰਨੈਲਾਂ ਨਾਲ ਕਿੰਨਾ ਕੁ ਸਮਾਂ ਲੜ ਸਕਦਾ ਹੈ। ਸਰਦਾਰ ਗੁਰਬਖਸ਼ ਸਿੰਘ ਬਹਾਦਰੀ ਦੇ ਨਾਲ ਸ਼ਾਮ ਤੱਕ ਦੁਸ਼ਮਣ ਦਾ ਮੁਕਾਬਲਾ ਕਰਦੇ ਰਹਿੰਦੇ ਨੇ। ਜਿੱਧਰ ਵੀ ਲੋੜ ਪੈਂਦੀ ਹੈ ਉਧਰ ਪਹੁੰਚ ਜਾਂਦੇ ਨੇ, ਪਰ ਅਜਿਹੇ ਦੇ ਵਿੱਚ ਇੱਕ ਛੂਕਦਾ ਹੋਇਆ ਤੀਰ ਉਹਨਾਂ ਦੀ ਛਾਤੀ ਦੇ ਵਿੱਚ ਆ ਕੇ ਵੱਜਦਾ ਤੇ ਉਹ ਉੱਥੇ ਹੀ ਸ਼ਹੀਦ ਹੋ ਜਾਂਦੇ ਨੇ ਤੇ ਉਹਨਾਂ ਦੀਆਂ ਜਵਾਨ ਰੀਝਾਂ ਵਿੱਚ ਹੀ ਰਹਿ ਜਾਂਦੀਆਂ ਨੇ ਤੇ ਇਸੇ ਦੇ ਨਾਲ ਰਾਣੀ ਸਦਾ ਕੌਰ ਵਿਧਵਾ ਹੋ ਜਾਂਦੀ ਹੈ। ਹੁਣ 2 ਧਿਰਾਂ ਦੇ ਵਿੱਚੋਂ ਇੱਕ ਧਿਰ ਦਾ ਮੁਖੀ ਹੀ ਸ਼ਹੀਦ ਹੋ ਚੁੱਕਿਆ ਸੀ, ਅਗਵਾਈ ਕਰਨ ਵਾਲਾ ਹੀ ਸ਼ਹੀਦ ਹੋ ਚੁੱਕਿਆ ਸੀ, ਤਾਂ ਫਿਰ ਫੌਜਾਂ ਨੇ ਕੀ ਲੜਨਾ ਹੈ। ਦੋਵੇਂ ਹੀ ਫੌਜਾਂ ਆਪੇ ਹੀ ਪਿੱਛੇ ਹਟ ਜਾਂਦੀਆਂ ਨੇ। ਅਜਿਹੇ ਦੇ ਵਿੱਚ ਇੱਕ ਘੋੜਸਵਾਰ ਜਿਸ ਦਾ ਨਾਂ ਇਤਿਹਾਸ ਵਿੱਚ ਵਿਸਾਖਾ ਸਿੰਘ ਲਿਖਿਆ ਹੈ, ਉਹ ਘੋੜੇ ਨੂੰ ਅੱਡੀ ਲਾ ਕੇ ਤੁਰੰਤ ਮਹਾਰਾਣੀ ਸਦਾ ਕੌਰ ਦੇ ਕੋਲ ਪਹੁੰਚ ਜਾਂਦਾ ਹੈ ਤੇ ਜਾ ਕੇ ਕਹਿੰਦਾ ਹੈ ਕਿ ਰਾਣੀਏ, ਤੇਰਾ ਸੁਹਾਗ ਲੁੱਟਿਆ ਗਿਆ ਏ। ਉਸ ਸਮੇਂ ਇੱਕ ਔਰਤ ਤੇ ਕੀ ਬੀਤੀ ਹੋਏਗੀ ਇਹ ਤਾਂ ਹੁਣ ਇੱਕ ਔਰਤ ਹੀ ਸਮਝ ਸਕਦੀ ਹੈ। ਉਸ ਦੀ ਤਾਂ ਦੁਨੀਆ ਹੀ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ। ਪਰ ਅਜਿਹੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਦਾ ਕੌਰ ਰੋਈ ਪਿੱਟੀ ਨਹੀਂ, ਸਗੋਂ ਉਸ ਘੋੜਸਵਾਰ ਨੂੰ ਕਹਿੰਦੀ ਹੈ ਕਿ ਆਪਣਾ ਘੋੜਾ ਮੈਨੂੰ ਦੇ ਦੇ। ਜਦੋਂ ਇਹ ਘੋੜਸਵਾਰ ਘੋੜੇ ਤੋਂ ਥੱਲੇ ਉਤਰਦਾ ਹੈ ਤਾਂ ਤੁਰੰਤ ਉਹ ਘੋੜੇ ਤੇ ਬੈਠਦੀ ਹੈ ਤੇ ਅੱਡੀ ਲਾ ਕੇ ਮੈਦਾਨੇ ਜੰਗ ਵਿੱਚ ਪਹੁੰਚ ਜਾਂਦੀ ਹੈ। ਉੱਥੇ ਜਾ ਕੇ ਜਦੋਂ ਉਹ ਆਪਣੇ ਸਰਦਾਰ ਨੂੰ ਖੂਨ ਵਿੱਚ ਲੱਥਪੱਥ ਦੇਖਦੀ ਹੈ ਤਾਂ ਜਜ਼ਬਾਤ ਅੱਖਾਂ ਦੇ ਰਾਹੀਂ ਡੁੱਲ ਪੈਂਦੇ ਨੇ ਤੇ ਉਹ ਬੋਲ ਕੇ ਹੂ ਬਹੂ ਜੋ ਕਹਿੰਦੀ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ। ਉੱਠੋ ਸਰਦਾਰ ਜੀ, ਅੱਖਾਂ ਖੋਲੋ, ਮੈਂ ਦਾਸੀ ਸਦਾ ਕੌਰ ਆਈ ਹਾਂ। ਮੇਰੇ ਨਾਲ 2 ਗੱਲਾਂ ਕਰੋ ਨਾ ਜੀ, ਮੇਰੇ ਤੋਂ ਵਿਦਾਇਗੀ ਲੈ ਕੇ ਜਾਣਾ। ਮੈਂ ਐਦਾਂ ਰੁੱਠੇ ਹੋਏ ਨੂੰ ਕਦੇ ਵੀ ਨਹੀਂ ਜਾਣ ਦਿਆਂਗੀ। ਪਰ ਉੱਤਰ ਤਾਂ ਮਿਲਦਾ ਜੇਕਰ ਸਾਹ ਚੱਲਦੇ ਹੁੰਦੇ। ਇਹ ਹੂਬਹੂ ਜੋ ਇਤਿਹਾਸਕਾਰਾਂ ਨੇ ਲਿਖਿਆ ਹੈ ਉਸੇ ਤਰ੍ਹਾਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ। ਉਸ ਵੇਲੇ ਰਾਣੀ ਸਦਾ ਕੌਰ ਦੇ ਮੂੰਹੋਂ ਜੋ ਬੋਲ ਨਿਕਲੇ ਉਹ ਹੂਬਹੂ ਤੁਹਾਨੂੰ ਪੜ੍ਹ ਕੇ ਸੁਣਾਏ ਨੇ। ਕਿਹਾ ਜਾਂਦਾ ਹੈ ਕਿ ਉਸ ਸਮੇਂ ਰਾਣੀ ਸਦਾ ਕੌਰ ਦੇ ਆਸ-ਪਾਸ ਜੋ ਘੋੜਸਵਾਰ ਖੜੇ ਸੀ ਉਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਸੀ। ਉਸ ਤੋਂ ਬਾਅਦ ਫਿਰ ਰਾਣੀ ਸਦਾ ਕੌਰ ਨੇ ਰੋਣਾ ਪਿੱਟਣਾ ਸਟਾਰਟ ਨਹੀਂ ਕੀਤਾ, ਸਗੋਂ ਆਪਣੇ ਪਤੀ ਦੇ ਸ਼ਸਤਰ ਪਹਿਨੇ ਹੋਏ ਜੋ ਸੀ ਉਸ ਨੂੰ ਉਤਾਰ ਕੇ ਆਪਣੇ ਕਮਰ ਦੇ ਨਾਲ ਬੰਨ੍ਹ ਲਏ ਤੇ ਆਪਣੀ ਚੁੰਨੀ ਨੂੰ ਆਪਣੇ ਸਿਰ ਤੇ ਪੱਗ ਦੀ ਤਰ੍ਹਾਂ ਬੰਨ੍ਹ ਲਿਆ ਤੇ ਉਸ ਦਿਨ ਤੋਂ ਇੱਕ ਮਹਾਨ ਸ਼ੇਰਨੀ ਦਾ ਜਨਮ ਹੋਇਆ ਜੋ ਖਾਲਸਾ ਰਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੀ ਸੀ, ਜਿਸ ਨੇ ਅੱਗੇ ਜਾ ਕੇ ਖਾਲਸਾ ਰਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਸ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਕਹਿੰਦੇ ਨੇ ਕਿ ਫੌਜਾਂ ਦੇ ਮੁੜ ਜਾਣ ਤੋਂ ਬਾਅਦ ਰਾਣੀ ਸਦਾ ਕੌਰ ਨੇ ਆਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਉੱਥੋਂ ਉਠਵਾਇਆ ਤੇ ਬਟਾਲੇ ਲਿਜਾ ਕੇ
ਪੂਰੇ ਰਸਮਾਂ ਰਿਵਾਜਾਂ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਪਤੀ ਦਾ ਦਾਹ ਸੰਸਕਾਰ ਕੀਤਾ ਤੇ ਸਾਰੀਆਂ ਰਸਮਾਂ ਨਿਭਾਈਆਂ। ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਉੱਥੇ ਸਮਾਧੀ ਵੀ ਬਣਾਈ ਗਈ ਸੀ। ਜਦੋਂ ਸਰਦਾਰ ਜੈ ਸਿੰਘ ਘਨੱਈਆ ਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦਾ ਪੁੱਤਰ ਸਰਦਾਰ ਗੁਰਬਖਸ਼ ਸਿੰਘ ਮੈਦਾਨੇ ਜੰਗ ਦੇ ਵਿੱਚ ਸ਼ਹੀਦੀ ਪਾ ਗਿਆ ਹੈ ਤਾਂ ਉਹਨਾਂ ਦਾ ਦਿਲ ਟੁੱਟ ਜਾਂਦਾ ਹੈ। ਇਸ ਤੋਂ ਬਾਅਦ ਰਾਣੀ ਸਦਾ ਕੌਰ ਆਪਣੇ ਸਹੁਰੇ ਜੈ ਸਿੰਘ ਘਨੱਈਆ ਨੂੰ ਬਹੁਤ ਹੌਸਲਾ ਦੇਣ ਦੀ ਕੋਸ਼ਿਸ਼ ਕਰਦੀ ਹੈ, ਉਹਨਾਂ ਨੂੰ ਢਾਰਸ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਦਿਲ ਛੱਡ ਜਾਂਦੇ ਨੇ ਤੇ ਥੋੜੇ ਹੀ ਸਮੇਂ ਬਾਅਦ ਸਰਦਾਰ ਜੈ ਸਿੰਘ ਘਨੱਈਆ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ। ਹੁਣ ਰਾਣੀ ਸਦਾ ਕੌਰ, ਜਿਸ ਦਾ ਕੁਝ ਹੀ ਸਮਾਂ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ ਪਤੀ ਮੈਦਾਨੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ, ਉਸ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਦਾ ਸਹਾਰਾ ਸਰਦਾਰ ਜੈ ਸਿੰਘ ਘਨੱਈਆ, ਜੋ ਕਿ ਉਹਨਾਂ ਦੇ ਰਿਸ਼ਤੇ ਵਿੱਚ ਸਹੁਰਾ ਸਾਹਿਬ ਲੱਗਦੇ ਸਨ, ਉਹ ਵੀ ਆਪਣੇ ਪੁੱਤਰ ਗੁਰਬਖਸ਼ ਸਿੰਘ ਦੇ ਗਮ ਦੇ ਵਿੱਚ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ, ਜਿਸ ਤੋਂ ਬਾਅਦ ਰਾਣੀ ਸਦਾ ਕੌਰ ਬਿਲਕੁਲ ਇਕੱਲੀ ਰਹਿ ਜਾਂਦੀ ਹੈ। ਪਰ ਕਹਿੰਦੇ ਨੇ ਕਿ ਰਾਣੀ ਸਦਾ ਕੌਰ ਇਕੱਲੀ ਰਹਿਣ ਦੇ ਬਾਵਜੂਦ ਵੀ ਬਿਲਕੁਲ ਵੀ ਘਬਰਾਈ ਨਹੀਂ। ਉਹ ਸ਼ੇਰਨੀਆਂ ਦੇ ਵਾਂਗੂ ਅੱਗੇ ਆਉਂਦੀ ਹੈ ਤੇ ਉਸ ਮਿਸਲ ਦੀ ਸਰਦਾਰਨੀ ਬਣ ਜਾਂਦੀ ਹੈ ਤੇ ਸਾਰੀ ਮਿਸਲ ਦੀ ਬਾਗਡੋਰ ਆਪਣੇ ਹੱਥਾਂ ਦੇ ਵਿੱਚ ਸਾਂਭ ਲੈਂਦੀ ਹੈ। ਥੋੜੇ ਸਮੇਂ ਦੇ ਵਿੱਚ ਹੀ ਉਹ ਰਾਜ ਪ੍ਰਬੰਧ ਨੂੰ ਬਿਲਕੁਲ ਸਹੀ ਕਰ ਦਿੰਦੀ ਹੈ। ਜੰਗ ਤੋਂ ਬਾਅਦ ਜੋ ਨੁਕਸਾਨ ਹੋਏ ਨੇ ਉਹਨਾਂ ਦੀ ਪੂਰਤੀ ਦੇ ਲਈ ਨਵੇਂ ਸੈਨਿਕ ਨਿਯੁਕਤ ਕਰ ਦਿੰਦੀ ਹੈ, ਕਿਲੇ ਬਣਾਉਣੇ ਸ਼ੁਰੂ ਕਰ ਦਿੰਦੀ ਹੈ ਤੇ ਪ੍ਰਸ਼ਾਸਨਿਕ ਚੀਜ਼ਾਂ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਕੇ ਪੂਰੀ ਤਰ੍ਹਾਂ ਬਾਗਡੋਰ ਜਿਹੜੀ ਹੈ ਸ਼ਾਸਨ ਪ੍ਰਬੰਧ ਦੀ ਉਹ ਸੰਭਾਲ ਲੈਂਦੀ ਹੈ। ਤੇ ਦੇਖਣ ਵਾਲੇ ਵੀ ਦੇਖਦੇ ਰਹਿ ਜਾਂਦੇ ਨੇ ਕਿ ਇੱਕ ਇਸਤਰੀ ਨੇ ਪੂਰੇ ਰਾਜ ਨੂੰ ਕਿੱਦਾਂ ਸੰਭਾਲ ਲਿਆ। ਕਹਿੰਦੇ ਨੇ ਕਿ ਰਾਣੀ ਸਦਾ ਕੌਰ ਖੁਦ ਅਸਤਰ ਸ਼ਸਤਰ ਸਜਾ ਕੇ 8000 ਘੋੜਸਵਾਰਾਂ ਨੂੰ ਨਾਲ ਲੈ ਕੇ ਨਿਕਲਦੀ ਸੀ ਤੇ ਦੇਖਣ ਵਾਲੇ ਵੀ ਦੇਖਦੇ ਰਹਿ ਜਾਂਦੇ ਸੀ। ਮਿਸਲ ਦੀ ਸਰਦਾਰਨੀ ਬਣਨ ਤੋਂ ਬਾਅਦ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਪੁੱਤਰੀ ਦਾ ਜਿਹੜਾ ਵਿਆਹ ਸੀ ਉਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਪੱਕਾ ਕਰ ਦਿੱਤਾ। ਰਣਜੀਤ ਸਿੰਘ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਬਣਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ ਕਿ ਸ਼ੁਕਰ ਚੱਕੀਆ ਮਿਸਲ ਨਾਲ ਚੱਲੀ ਆ ਰਹੀ ਦੁਸ਼ਮਣੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਦਿੱਤਾ। ਉਹਨਾਂ ਦੀ ਇਸ ਸਿਆਣਪ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਸੀ। ਉਹਨਾਂ ਤੋਂ ਵੱਡੀ ਉਮਰ ਦੇ ਜੋ ਸਰਦਾਰ ਸੀ ਉਹ ਵੀ ਦੇਖ ਕੇ ਦੰਗ ਰਹਿ ਗਏ ਸੀ, ਕਿਉਂਕਿ ਲੰਬੇ ਸਮੇਂ ਤੋਂ ਸਿੱਖ ਜਿਹੜੇ ਸੀ ਉਹ ਸਿੱਖਾਂ ਨਾਲ ਆਪਸ ਵਿੱਚ ਲੜ ਕੇ ਹੀ ਆਪਣੀ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਸੀ। ਮਿਸਲਾਂ ਆਪਸ ਦੇ ਵਿੱਚ ਹੀ ਲੜਦੀਆਂ ਰਹਿੰਦੀਆਂ ਸੀ, ਜਿਸ ਕਰਕੇ ਉਹਨਾਂ ਦਾ ਆਪਸੀ ਨੁਕਸਾਨ ਹੀ ਹੁੰਦਾ ਰਹਿੰਦਾ ਸੀ। ਤੇ ਮਹਾਰਾਣੀ ਸਦਾ ਕੌਰ ਨੇ ਇਸੇ ਗੱਲ ਨੂੰ ਭਾਂਪਿਆ ਤੇ ਇਸੇ ਜਿਹੜੀ ਮੁਸ਼ਕਲ ਆ ਉਸ ਨੂੰ ਹੱਲ ਕੀਤਾ। ਸਭ ਤੋਂ ਪਹਿਲਾਂ ਉਸਨੇ ਆਪਣੀ ਪੁੱਤਰੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਨਾਲ ਪੱਕਾ ਕਰ ਦਿੱਤਾ ਤਾਂ ਕਿ ਦੋਵੇਂ ਮਿਸਲਾਂ ਇਕੱਠੀਆਂ ਹੋ ਜਾਣ ਤੇ ਇੰਨੀਆਂ ਬਲਵਾਨ ਹੋ ਜਾਣ ਕਿ ਅੱਗੇ ਜਾ ਕੇ ਕੋਈ ਇਹਨਾਂ ਤੇ ਅੱਖ ਚੱਕ ਕੇ ਨਾ ਦੇਖ ਸਕੇ। 1785 ਈਸਵੀ ਨੂੰ ਬੀਬੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਬਹੁਤ ਧੂਮਧਾਮ ਦੇ ਨਾਲ ਹੋਇਆ ਸੀ। ਰਾਣੀ ਸਦਾ ਕੌਰ ਨੇ ਆਪਣੀ ਧੀ ਮਹਿਤਾਬ ਕੌਰ ਨੂੰ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਵਿਆਹ ਕੇ ਆਪਣੇ ਲਈ ਸਹਾਇਕ ਲੱਭਿਆ ਸੀ, ਕਿਉਂਕਿ ਸਰਦਾਰ ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਅਤੇ ਆਪਣੇ ਸਹੁਰੇ ਜੈ ਸਿੰਘ ਘਨੱਈਆ ਦੀ ਮੌਤ ਤੋਂ ਬਾਅਦ ਉਹ ਇਕੱਲੀ ਰਹਿ ਗਈ ਸੀ। ਉਸ ਤੋਂ ਬਾਅਦ ਉਹਨੂੰ ਕੁੜਮ ਦੇ ਰੂਪ ਵਿੱਚ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਆ ਦਾ ਸਾਥ ਮਿਲਣ ਦੀ ਆਸ ਸੀ ਤਾਂ ਕਿ ਦੋਵੇਂ ਰਲ ਕੇ ਖਾਲਸਾ ਰਾਜ ਲਈ ਕੋਈ ਵੱਡਾ ਕੰਮ ਕਰ ਸਕਣ ਤੇ ਕੋਈ ਉਹਨਾਂ ਵੱਲ ਅੱਖ ਚੱਕ ਕੇ ਨਾ ਦੇਖ ਸਕੇ। ਪਰ ਕਹਿੰਦੇ ਨੇ ਕਿ ਔਰਤ ਦੀ ਪਰਖ ਰੱਬ ਥਾਂ ਲੈਂਦਾ ਏ ਤੇ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਮਹਾਂ ਸਿੰਘ ਸ਼ੁਕਰ ਚੱਕੀਆ 27 ਸਾਲ ਦੀ ਉਮਰ ਦੇ ਵਿੱਚ ਪੇਚਸ ਦੀ ਬਿਮਾਰੀ ਕਰਕੇ ਸੰਸਾਰ ਤੋਂ ਚੜ੍ਹਾਈ ਕਰ ਜਾਂਦੇ ਨੇ ਤੇ ਰਾਣੀ ਸਦਾ ਕੌਰ ਫਿਰ ਤੋਂ ਇਕੱਲੀ ਰਹਿ ਜਾਂਦੀ ਹੈ। ਹੁਣ ਇੱਕ ਪਾਸੇ ਘਨੱਈਆ ਮਿਸਲ ਦੀ ਜ਼ਿੰਮੇਵਾਰੀ ਤੇ ਦੂਜੇ ਪਾਸੇ ਸ਼ੁਕਰ ਚੱਕੀਆ ਮਿਸਲ ਦੀ ਜ਼ਿੰਮੇਵਾਰੀ ਵੀ ਰਾਣੀ ਸਦਾ ਕੌਰ ਤੇ ਹੀ ਆ ਪਈ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਉਦੋਂ ਬਹੁਤ ਘੱਟ ਸੀ ਤੇ ਉਹ ਰਾਜ ਸੰਭਾਲਣ ਦੇ ਇੰਨੇ ਜ਼ਿਆਦਾ ਯੋਗ ਨਹੀਂ ਸੀ। ਤਾਂ ਕਰਕੇ ਉਹਨਾਂ ਨੂੰ ਉਹ ਦੋਨੇ ਮਿਸਲਾਂ ਦੀ ਜ਼ਿੰਮੇਵਾਰੀ ਚੱਕਣੀ ਪਈ ਤੇ ਮਹਾਰਾਜਾ ਰਣਜੀਤ ਸਿੰਘ ਦੀ ਨਿੱਕੇ ਉਮਰ ਦੇ ਵਿੱਚ ਹੀ ਜੋ ਐਡੀ ਵੱਡੀ ਜ਼ਿੰਮੇਵਾਰੀ ਪੈ ਗਈ ਸੀ, ਉਹਨਾਂ ਨੂੰ ਵੀ ਕੁਝ ਰਾਹਤ ਮਹਿਸੂਸ ਹੋਈ, ਕਿਉਂਕਿ ਰਾਣੀ ਸਦਾ ਕੌਰ ਨੇ ਬਹੁਤ ਹੀ ਯੋਗ ਅਗਵਾਈ ਕੀਤੀ, ਉਹਨਾਂ ਦਾ ਸਾਥ ਦਿੱਤਾ ਤੇ ਦੋਨੇ ਮਿਸਲਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ। ਰਾਣੀ ਸਦਾ ਕੌਰ ਨੇ ਜਿੱਥੇ ਆਪਣੀ ਮਿਸਲ ਘਨੱਈਆ ਮਿਸਲ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਸੀ, ਉਸੇ ਤਰ੍ਹਾਂ ਉਹਨਾਂ ਨੇ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਵੀ ਬਹੁਤ ਸਾਰੇ ਸੁਧਾਰ ਕੀਤੇ। ਸੈਨਾ ਦੇ ਵਿੱਚ ਜਿੱਥੇ ਨਵੇਂ ਸੈਨਿਕ ਭਰਤੀ ਕਰਨ ਦੀ ਲੋੜ ਸੀ, ਉਹਨਾਂ ਨੇ ਨਵੇਂ ਸੈਨਿਕਾਂ ਦੀ ਭਰਤੀ ਕੀਤੀ। ਪੁਰਾਣੇ ਸੈਨਿਕ ਜੋ ਬਜ਼ੁਰਗ ਹੋ ਚੁੱਕੇ ਸੀ ਜਾਂ ਜੋ ਸੈਨਾ ਦੇ ਵਿੱਚ ਕੰਮ ਕਰਨ ਦੇ ਯੋਗ ਨਹੀਂ ਸੀ, ਉਹਨਾਂ ਨੂੰ ਬਣਦਾ ਜਿੰਨਾ ਕੁ ਵੀ ਮੁਆਵਜ਼ਾ ਸੀ ਉਹ ਦੇ ਕੇ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਨਵੇਂ ਜਿਹੜੇ ਜੋਸ਼ੀਲੇ ਸੈਨਿਕ ਸੀ ਭਰਤੀ ਕਰ ਦਿੱਤੇ ਗਏ ਤਾਂ ਕਿ ਸਮਾਂ ਆਉਣ 'ਤੇ ਉਹ ਲੜਾਈ ਕਰ ਸਕਣ। ਇਸੇ ਕਰਕੇ ਉਹਨਾਂ ਨੇ ਬਹੁਤ ਸਾਰੇ ਪ੍ਰਸ਼ਾਸਨਿਕ ਸੁਧਾਰ ਵੀ ਕੀਤੇ, ਸੈਨਿਕ ਸੁਧਾਰ ਵੀ ਕੀਤੇ ਤੇ ਰਾਜ ਪ੍ਰਬੰਧ ਵਿੱਚ ਵੀ ਸੁਧਾਰ ਕੀਤੇ। ਜਿੱਥੇ ਵੀ ਉਹਨਾਂ ਨੂੰ ਖਜ਼ਾਨੇ ਦੇ ਵਿੱਚ ਪੜਤਾਲ ਕਰਨ ਤੋਂ ਬਾਅਦ ਕੋਈ ਕਮੀ ਮਿਲੀ ਸੀ, ਉਹਨਾਂ ਨੇ ਉਹ ਅਧਿਕਾਰੀ ਹੀ ਬਦਲ ਦਿੱਤੇ
ਤਾਂ ਕਿ ਨਵੇਂ ਅਧਿਕਾਰੀ ਸਹੀ ਤਰੀਕੇ ਨਾਲ ਕੰਮ ਕਰ ਸਕਣ। ਇਸ ਕੰਮ ਦੇ ਨਾਲ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ, ਜੋ ਕਿ ਛੋਟੀ ਉਮਰ ਦੇ ਵਿੱਚ ਹੀ ਸਨ, ਉਹਨਾਂ ਨੂੰ ਬਹੁਤ ਚੰਗੇ ਗੁਣ ਸਿਖਾਏ। ਘੋੜਸਵਾਰੀ, ਜੰਗੀ ਕਲਾ, ਬੰਦੇ ਦੀ ਪਰਖ ਕਰਨੀ ਅਤੇ ਅਗਵਾਈ ਕਰਨ ਦੇ ਗੁਣ ਜਿਹੜੇ ਸੀ ਉਹ ਰਾਣੀ ਸਦਾ ਕੌਰ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਸਿਖਾਏ ਸੀ। ਇਹ ਸਾਰੇ ਗੁਣ ਸਿੱਖਣ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਸਾਹਮਣੇ ਆਏ ਤਾਂ ਲੋਕ ਦੇਖਦੇ ਰਹਿ ਗਏ ਸੀ, ਕਿਉਂਕਿ ਉਹ ਹਰ ਗੁਣ 'ਚ ਨਿਪੁੰਨ ਸਨ ਜੋ ਇੱਕ ਰਾਜਾ ਦੇ ਵਿੱਚ ਹੋਣੇ ਚਾਹੀਦੇ ਨੇ। ਇਹ ਸਾਰੇ ਗੁਣ ਰਾਣੀ ਸਦਾ ਕੌਰ ਨੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਭਰੇ ਸੀ। ਉਹਨਾਂ ਦੇ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਇੰਨੇ ਜ਼ਿਆਦਾ ਨਿਪੁੰਨ ਬਣੇ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤੀ ਬਾਰੇ ਥੋੜ੍ਹੀ ਬਹੁਤ ਸਮਝ ਆਉਣੀ ਸ਼ੁਰੂ ਹੋ ਗਈ ਤਾਂ ਉਹਨਾਂ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ ਜਾ ਕੇ ਇੱਕ ਗੱਲ ਕੀਤੀ। ਉਹਨਾਂ ਕਿਹਾ ਕਿ ਸ਼ਾਹ ਜ਼ਮਾਨ ਦੇ ਹਮਲੇ ਤੋਂ ਬਾਅਦ ਮੈਂ ਮਨ ਦੇ ਵਿੱਚ ਠਾਣ ਲਿਆ ਸੀ ਕਿ ਆਪਣੇ ਦੇਸ਼ ਵਾਸੀਆਂ ਨੂੰ ਵਿਦੇਸ਼ੀਆਂ ਦੇ ਹਮਲਿਆਂ ਤੋਂ ਬਚਾ ਕੇ ਹੀ ਰਹਾਂਗਾ। ਉਹਨਾਂ ਨੇ ਰਾਣੀ ਸਦਾ ਕੌਰ ਨੂੰ ਕਿਹਾ ਕਿ ਜੇਕਰ ਆਪਾਂ ਲਾਹੌਰ 'ਤੇ ਹਮਲਾ ਕਰ ਦਈਏ ਤੇ ਉਸ 'ਤੇ ਕਬਜ਼ਾ ਕਰ ਲਈਏ ਤਾਂ ਉੱਥੋਂ ਸ਼ਾਸਨ ਪ੍ਰਬੰਧ ਚਲਾਉਣਾ, ਖਾਲਸਾ ਰਾਜ ਨੂੰ ਸਥਾਪਿਤ ਕਰਨਾ ਸੌਖਾ ਹੋਵੇਗਾ ਤੇ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਨੂੰ ਰੋਕਣਾ ਵੀ ਸੌਖਾ ਹੋਵੇਗਾ। ਉਹਨਾਂ ਨੇ ਕਿਹਾ ਕਿ ਲਾਹੌਰ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਾਂ ਖਾਲਸਾ ਫੌਜ ਤਿਆਰ ਕਰਾਂਗੇ, ਜਿਸ ਦੇ ਨਾਲ ਜੋ ਵੀ ਵਿਦੇਸ਼ੀ ਹਮਲਾਵਰ ਭਾਰਤ 'ਤੇ ਹਮਲਾ ਕਰੇਗਾ, ਪੰਜਾਬ 'ਤੇ ਹਮਲਾ ਕਰੇਗਾ ਤਾਂ ਖਾਲਸਾ ਫੌਜ ਉਹਨਾਂ ਦਾ ਟਾਕਰਾ ਕਰੇਗੀ ਤੇ ਆਪਣੇ ਦੇਸ਼ ਵਾਸੀਆਂ ਨੂੰ ਅਜਿਹੇ ਹਮਲਾਵਰਾਂ ਤੋਂ ਬਚਾਏਗੀ। ਤਾਂ ਰਾਣੀ ਸਦਾ ਕੌਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਇਹ ਸਲਾਹ ਬਹੁਤ ਚੰਗੀ ਲੱਗੀ ਤੇ ਉਹਨਾਂ ਨੇ ਆਪ ਜ਼ਿੰਮੇਵਾਰੀ ਲਈ ਕਿ ਮੈਂ ਖੁਦ ਇੱਕ ਫੌਜ ਤਿਆਰ ਕਰਾਂਗੀ, ਜਿਸ ਦੇ ਨਾਲ ਆਪਾਂ ਲਾਹੌਰ 'ਤੇ ਹਮਲਾ ਕਰਾਂਗੇ ਤੇ ਉਸ ਨੂੰ ਕਬਜ਼ੇ ਹੇਠ ਲਵਾਂਗੇ। 14 ਹਾੜ ਸੰਮਤ 1856 ਦੀ ਰਾਤ ਨੂੰ ਦੋਵੇਂ ਫੌਜਾਂ ਲਾਹੌਰ ਦੇ ਵਜ਼ੀਰ ਖਾਨ ਦੇ ਬਾਗ ਦੇ ਵਿੱਚ ਪਹੁੰਚ ਗਈਆਂ। ਇੱਕ ਫੌਜ ਨੇ ਲਾਹੌਰ ਦੇ ਦਿੱਲੀ ਦਰਵਾਜ਼ੇ ਵਾਲੀ ਸਾਈਡ ਤੋਂ ਸ਼ਹਿਰ 'ਤੇ ਹਮਲਾ ਕਰ ਦਿੱਤਾ ਤੇ ਦੂਜੀ ਫੌਜ, ਜਿਸ ਵਿੱਚ ਅਕਾਲੀ ਨਿਹੰਗ ਸਿੰਘ ਵੀ ਸ਼ਾਮਲ ਸੀ, ਉਹ ਧਾਵਾ ਬੋਲਣ ਲਈ ਅੱਗੇ ਵਧਦੇ ਨੇ। ਰਾਣੀ ਸਦਾ ਕੌਰ ਦੀ ਫੌਜ ਦਾ ਦੁਸ਼ਮਣ ਦੀ ਫੌਜ ਨਾਲ ਦਿੱਲੀ ਦਰਵਾਜ਼ੇ 'ਤੇ ਹੀ ਟਾਕਰਾ ਹੋ ਜਾਂਦਾ ਹੈ। ਕਹਿੰਦੇ ਨੇ ਕਿ ਇਸ ਲੜਾਈ ਦੇ ਵਿੱਚ ਰਾਣੀ ਸਦਾ ਕੌਰ ਆਪ ਅੱਗੇ ਹੋ ਕੇ ਆਪਣੀ ਲਿਸ਼ਕ ਦੀ ਤਲਵਾਰ ਨੂੰ ਲੈ ਕੇ ਦੁਸ਼ਮਣਾਂ ਦੇ ਨਾਲ ਲੜਨ ਲਈ ਪਹੁੰਚ ਗਈ ਸੀ। ਜਦੋਂ ਉਹਨਾਂ ਨੂੰ ਲੜਦੀ ਦੇਖਿਆ ਗਿਆ ਤਾਂ ਪਿੱਛੇ ਖੜੀਆਂ ਫੌਜਾਂ ਦੇ ਵਿੱਚ ਵੀ ਜੋਸ਼ ਭਰ ਗਿਆ। ਹੁਣ ਇੱਕ ਔਰਤ ਸਭ ਤੋਂ ਅੱਗੇ ਹੋ ਕੇ ਲੜ ਰਹੀ ਹੋਵੇ ਤੇ ਮਰਦ ਪਿੱਛੇ ਖੜੇ ਦੇਖਦੇ ਰਹਿ ਜਾਣ, ਇਹ ਤਾਂ ਹੋ ਨਹੀਂ ਸਕਦਾ। ਖਾਲਸਾ ਫੌਜ ਦੇ ਜਵਾਨਾਂ ਵਿੱਚ ਇੰਨਾ ਜੋਸ਼ ਭਰਿਆ ਕਿ ਹਰ ਜਵਾਨ ਆਪਣੀ ਜਾਨ ਤਲੀ ਤੇ ਧਰ ਕੇ ਲੜਿਆ। ਇਸ ਜੰਗ ਦੇ ਵਿੱਚ ਦੁਸ਼ਮਣ ਫੌਜ ਨੇ ਵੀ ਬਹੁਤ ਬਹਾਦਰੀ ਦੇ ਨਾਲ ਉਹਨਾਂ ਦਾ ਟਾਕਰਾ ਕੀਤਾ, ਪਰ ਉਸ ਸ਼ੇਰਨੀ ਦੇ ਅੱਗੇ ਉਹ ਨਾ ਟਿਕ ਸਕੀ। ਇਸ ਲੜਾਈ ਦੇ ਵਿੱਚ ਸਰਦਾਰਨੀ ਸਦਾ ਕੌਰ ਦੀ ਬਹਾਦਰੀ ਦੇ ਕਰਕੇ ਬਾਹਰਲਾ ਮੈਦਾਨ ਪੂਰੀ ਤਰ੍ਹਾਂ ਜਿੱਤਿਆ ਜਾ ਚੁੱਕਾ ਸੀ, ਪਰ ਹਜੇ ਸ਼ਹਿਰ ਦੇ ਅੰਦਰ ਦਾਖਲ ਹੋਣਾ ਬਾਕੀ ਸੀ। ਲਾਹੌਰ ਸ਼ਹਿਰ ਦੇ ਹਾਕਮਾਂ ਨੂੰ ਜਦੋਂ ਖਾਲਸਾ ਫੌਜ ਦੀ ਭਿਣਕ ਪਈ ਤਾਂ ਉਹਨਾਂ ਨੇ ਦਿੱਲੀ ਦਰਵਾਜ਼ੇ ਨੂੰ ਅੰਦਰੋਂ ਬੰਦ ਕਰਵਾ ਦਿੱਤਾ। ਤਾਂ ਰਾਣੀ ਸਦਾ ਕੌਰ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਇਸ ਦਰਵਾਜ਼ੇ ਨੂੰ ਤੋਪਾਂ ਦੇ ਨਾਲ ਤੋੜ ਦਿੱਤਾ ਜਾਵੇ। ਬਸ ਫਿਰ ਕੀ ਸੀ, ਉਸ ਤੋਂ ਬਾਅਦ ਤੋਪਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤੇ ਕੁਝ ਹੀ ਸਮੇਂ ਬਾਅਦ ਦਰਵਾਜ਼ਾ ਟੁਕੜੇ-ਟੁਕੜੇ ਹੋ ਕੇ ਟੁੱਟ ਗਿਆ। ਪੂਰੀ ਦੀ ਪੂਰੀ ਖਾਲਸਾ ਫੌਜ ਸ਼ਹਿਰ ਦੇ ਅੰਦਰ ਵੜ ਗਈ ਤੇ ਜਕਾਰੇ ਲਗਾਉਂਦੀ ਹੋਈ ਕਸ਼ਮੀਰੀ ਬਾਜ਼ਾਰ ਤੋਂ ਲੈ ਕੇ ਚੂਨਾ ਮੰਡੀ ਤੱਕ ਕਬਜ਼ਾ ਕਰ ਲਿਆ ਗਿਆ। ਉਧਰ ਮਹਾਰਾਜਾ ਰਣਜੀਤ ਸਿੰਘ ਨੇ ਲੋਹਾਰੀ ਦਰਵਾਜ਼ੇ ਤੇ ਪਹੁੰਚ ਕੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਤੇ ਆਪਣੇ ਅਕਾਲੀ ਨਿਹੰਗ ਸਿੰਘਾਂ ਨੂੰ ਕਿਹਾ ਕਿ ਕੰਧ ਦੇ ਥੱਲੇ ਬਰੂਦ ਵਿਛਾਇਆ ਜਾਵੇ। ਨਿਹੰਗ ਸਿੰਘ ਸੂਰਮਿਆਂ ਨੇ ਤੁਰੰਤ ਕੰਧ ਦੇ ਥੱਲੇ ਬਰੂਦ ਵਿਛਾ ਦਿੱਤਾ। ਜਦੋਂ ਧਮਾਕਾ ਹੋਇਆ ਤਾਂ ਕੰਧ ਦੇ ਵਿੱਚ ਵੱਡੀ ਸਾਰੀ ਦਰਾੜ ਪੈ ਗਈ ਤੇ ਉਸ ਤੋਂ ਬਾਅਦ ਕਈ ਸੌ ਸੂਰਮੇ ਅੰਦਰ ਲੰਘ ਗਏ। ਜਦੋਂ ਖਾਲਸਾ ਫੌਜ ਸ਼ਹਿਰ ਦੇ ਅੰਦਰ ਦਾਖਲ ਹੁੰਦੀ ਦੇਖੀ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਵੀ ਖੋਲ੍ਹ ਦਿੱਤਾ। ਹੁਣ ਖਾਲਸਾ ਫੌਜ ਨੂੰ ਸ਼ਹਿਰ ਦੇ ਵਿੱਚ ਦਾਖਲ ਹੋਣ ਲਈ ਦੋ ਰਸਤੇ ਮਿਲ ਗਏ ਸੀ, ਤਾਂ ਖਾਲਸਾ ਫੌਜ ਇਹਨਾਂ ਦੋਵਾਂ ਰਸਤਿਆਂ ਦੇ ਰਾਹੀਂ ਸ਼ਹਿਰ ਦੇ ਅੰਦਰ ਦਾਖਲ ਹੋ ਗਈ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਅਤੇ ਰਾਣੀ ਸਦਾ ਕੌਰ ਦੀ ਫੌਜ ਸ਼ਹਿਰ ਦੇ ਅੰਦਰ ਇਕੱਠੀਆਂ ਹੋਈਆਂ ਤਾਂ ਰਾਣੀ ਸਦਾ ਕੌਰ ਨੇ ਅੱਗੇ ਹੋ ਕੇ ਆਪਣੇ ਜਵਾਈ ਰਣਜੀਤ ਸਿੰਘ ਦਾ ਮੱਥਾ ਚੁੰਮਿਆ ਤੇ ਜ਼ਿੰਦਗੀ ਦੀ ਪਹਿਲੀ ਜਿੱਤ ਦੀ ਵਧਾਈ ਦਿੱਤੀ। ਉਸ ਤੋਂ ਬਾਅਦ ਦੋਵੇਂ ਫੌਜਾਂ ਜਕਾਰੇ ਲਾਉਂਦੀਆਂ ਹੋਈਆਂ ਕਿਲੇ ਵੱਲ ਨੂੰ ਚੱਲ ਪਈਆਂ ਤੇ ਕਿਲੇ ਨੂੰ ਘੇਰ ਲਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਤੇ ਤੋਪਚੀਆਂ ਨੇ ਕਿਲੇ ਵੱਲ ਨੂੰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਅਜੇ ਕਿਲੇ ਵੱਲ ਇੱਕ ਦੋ ਗੋਲੇ ਹੀ ਦਾਗੇ ਸੀ ਕਿ ਮਹਾਰਾਣੀ ਸਦਾ ਕੌਰ ਅੱਗੇ ਆਉਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਰਾਣੀ ਸਦਾ ਕੌਰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਉਂਦੀ ਹੈ ਤੇ ਉਸ ਤੋਂ ਬਾਅਦ ਇੱਕ ਸੁਨੇਹਾ ਕਿਲੇ ਦੇ ਅੰਦਰ ਮੌਜੂਦ ਸਰਦਾਰ ਚੇਤ ਸਿੰਘ ਨੂੰ ਭੇਜਦੀ ਹੈ, ਜੋ ਕਿ ਉਸ ਸਮੇਂ ਕਿਲੇ ਦੇ ਮਾਲਕ ਹੁੰਦੇ ਨੇ। ਉਹ ਸੁਨੇਹਾ ਭੇਜਦੀ ਹੈ ਕਿ ਤੁਸੀਂ ਸੁਰੱਖਿਅਤ ਬਾਹਰ ਆ ਸਕਦੇ ਹੋ, ਤੁਹਾਨੂੰ ਕੁਝ ਵੀ ਨਹੀਂ ਕਿਹਾ ਜਾਵੇਗਾ, ਤੁਹਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇਗੀ, ਤੁਹਾਨੂੰ ਸ਼ਸਤਰ ਅਤੇ ਘੋੜੇ ਵੀ ਦਿੱਤੇ ਜਾਣਗੇ। ਉਸ ਤੋਂ ਬਾਅਦ ਤੁਸੀਂ ਇਸ ਕਿਲੇ ਨੂੰ ਛੱਡ ਕੇ ਜਿੱਥੇ ਵੀ ਜਾਣਾ ਚਾਹੁੰਦੇ ਹੋ ਤੁਹਾਨੂੰ ਉੱਥੇ ਸੁਰੱਖਿਅਤ ਪਹੁੰਚਾਇਆ ਜਾਵੇਗਾ ਤੇ ਉਸ ਤੋਂ ਬਾਅਦ ਤੁਹਾਡੇ ਗੁਜ਼ਾਰੇ ਦੇ ਲਈ ਸਾਲਾਨਾ ਜਗੀਰ ਵੀ ਲਾਈ ਜਾਵੇਗੀ। ਹੁਣ ਇੱਕ ਹਾਰੇ ਹੋਏ ਬੰਦੇ ਤੇ ਘਿਰੇ ਹੋਏ ਬੰਦੇ ਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੋ ਸਕਦਾ ਹੈ। ਸਰਦਾਰ ਚੇਤ ਸਿੰਘ ਨੇ ਇਹ ਸ਼ਰਤਾਂ ਮੰਨ ਲਈਆਂ ਤੇ ਆਪਣੇ ਪਰਿਵਾਰ ਸਮੇਤ
ਕਿਲੇ ਨੂੰ ਛੱਡ ਦਿੱਤਾ। ਉਹਨਾਂ ਨੂੰ ਅਸਤਰ ਸ਼ਸਤਰ ਦੇ ਨਾਲ ਘੋੜੇ ਵੀ ਦਿੱਤੇ ਗਏ ਤੇ ਉਹ ਜਿੱਥੇ ਜਾਣਾ ਚਾਹੁੰਦੇ ਸੀ ਕਿਲੇ ਨੂੰ ਛੱਡ ਕੇ ਉੱਥੇ ਸੁਰੱਖਿਅਤ ਪਹੁੰਚਾਇਆ ਗਿਆ ਤੇ ਉਹਨਾਂ ਦੇ ਨਾਮ 60,000 ਸਾਲਾਨਾ ਦੀ ਜਗੀਰ ਵੀ ਲਗਾਈ ਗਈ ਤਾਂ ਕਿ ਉਹਨਾਂ ਦਾ ਬਾਅਦ ਵਿੱਚੋਂ ਗੁਜ਼ਾਰਾ ਹੋ ਸਕੇ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਖਾਲਸਾ ਫੌਜ ਨੂੰ ਬਖਸ਼ਿਸ਼ਾਂ ਵੀ ਦਿੱਤੀਆਂ ਤੇ ਕਾਫੀ ਸਾਰਾ ਧਨ ਆਪਣੀ ਫੌਜ ਦੇ ਵਿੱਚ ਵੰਡਿਆ। ਕਿਹਾ ਜਾਂਦਾ ਹੈ ਕਿ ਜਿੰਨਾ ਧਨ ਉਹਨਾਂ ਨੇ ਆਪਣੀ ਫੌਜ ਨੂੰ ਖੁਸ਼ੀ ਦੇ ਵਿੱਚ ਵੰਡਿਆ ਸੀ ਉਸ ਤੋਂ ਵੀ ਕਈ ਗੁਣਾ ਜ਼ਿਆਦਾ, ਇੱਥੇ ਇਤਿਹਾਸਕਾਰਾਂ ਨੇ 10 ਗੁਣਾ ਜ਼ਿਆਦਾ ਲਿਖਿਆ ਹੈ, ਪਰ ਕਈ ਗੁਣਾ ਜ਼ਿਆਦਾ ਧਨ ਕਿਲੇ ਦੇ ਵਿੱਚ ਹੀ ਦੱਬਿਆ ਹੋਇਆ ਲੱਭ ਗਿਆ ਸੀ ਤੇ ਉਹਦੇ ਵਿੱਚ 8 ਤੋਪਾਂ ਵੀ ਲੱਭੀਆਂ ਸੀ। ਸੋ ਰਾਣੀ ਸਦਾ ਕੌਰ ਦੀ ਇੱਕ ਹੋਰ ਸਿਆਣਪ ਦੇ ਨਾਲ ਬਿਨਾਂ ਕਿਸੇ ਖੂਨ ਖਰਾਬੇ ਦੇ, ਬਿਨਾਂ ਕਿਸੇ ਲੜਾਈ ਝਗੜੇ ਦੇ ਲਾਹੌਰ ਦੇ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਂਦਾ ਹੈ ਤੇ ਖਾਲਸਾ ਨਿਸ਼ਾਨ ਸਾਹਿਬ ਚਲਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੀ ਖਾਲਸਾ ਰਾਜ ਦੀ ਸਥਾਪਨਾ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਪਹਿਲੀ ਜਿੱਤ ਸੀ। ਇਸ ਲੜਾਈ ਤੋਂ ਬਾਅਦ ਲਾਹੌਰ ਦੇ ਵਾਸੀਆਂ ਨੇ ਇੱਕ ਨਵੀਂ ਚੀਜ਼ ਦੇਖੀ ਸੀ। ਰਾਣੀ ਸਦਾ ਕੌਰ ਨੇ ਖਾਲਸਾ ਫੌਜ ਨੂੰ ਇਹ ਹੁਕਮ ਦਿੱਤਾ ਸੀ ਕਿ ਲਾਹੌਰ ਦੇ ਵਾਸੀਆਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਲੁੱਟਮਾਰ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਪੂਰਨ ਤੌਰ ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਹ ਉਹਨਾਂ ਨੇ ਪਹਿਲੀ ਵਾਰ ਦੇਖਿਆ ਸੀ। ਲਾਹੌਰ ਵਾਸੀ ਹੈਰਾਨ ਸੀ ਕਿਉਂਕਿ ਹੁਣ ਤੱਕ ਜਦੋਂ ਵੀ ਕਿਸੇ ਨੇ ਉਹਨਾਂ ਦੇ ਸ਼ਹਿਰ ਤੇ ਕਬਜ਼ਾ ਕੀਤਾ ਸੀ, ਨਵਾਂ ਹਾਕਮ ਆਇਆ ਸੀ, ਸੱਤਾ ਪਲਟੀ ਸੀ, ਤਾਂ ਉਹਨਾਂ ਦੀ ਫੌਜ ਨੇ ਲਾਹੌਰ ਵਾਸੀਆਂ ਦੀ ਬਹੁਤ ਜ਼ਿਆਦਾ ਲੁੱਟਮਾਰ ਕੀਤੀ ਸੀ, ਧੀਆਂ ਭੈਣਾਂ ਦੀ ਇੱਜ਼ਤ ਦੀ ਬੇਇੱਜ਼ਤੀ ਕੀਤੀ ਸੀ, ਘਰਾਂ ਨੂੰ ਅੱਗਾਂ ਲਗਾਈਆਂ ਗਈਆਂ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ, ਕੰਮ ਧੰਦੇ ਬਰਬਾਦ ਕਰ ਦਿੱਤੇ ਜਾਂਦੇ ਸੀ ਤੇ ਕਹਿ ਸਕਦੇ ਹਾਂ ਕਿ ਪੂਰਾ ਸ਼ਹਿਰ ਹੀ ਇੱਕ ਤਰ੍ਹਾਂ ਨਾਲ ਉਜਾੜ ਦਿੱਤਾ ਜਾਂਦਾ ਸੀ। ਪਰ ਲਾਹੌਰ ਵਾਸੀਆਂ ਨੇ ਜਦੋਂ ਦੇਖਿਆ ਕਿ ਖਾਲਸਾ ਰਾਜ ਤੋਂ ਬਾਅਦ ਕਿਸੇ ਨੇ ਕੋਈ ਲੁੱਟਮਾਰ ਨਹੀਂ ਕੀਤੀ, ਕਿਸੇ ਧੀ ਭੈਣ ਦੀ ਬੇਪਤੀ ਨਹੀਂ ਹੋਈ, ਤਾਂ ਉਸ ਤੋਂ ਬਾਅਦ ਲਾਹੌਰ ਸ਼ਹਿਰ ਦੇ ਹਿੰਦੂਆਂ ਤੇ ਮੁਸਲਮਾਨਾਂ ਨੇ ਮਿਲ ਕੇ ਖੁਸ਼ੀ ਦੇ ਵਿੱਚ ਕਈ ਦਿਨਾਂ ਤੱਕ ਦੀਪਮਾਲਾ ਕੀਤੀ ਸੀ। ਇੰਨੇ ਜ਼ਿਆਦਾ ਖੁਸ਼ ਸੀ ਹਿੰਦੂ ਤੇ ਮੁਸਲਮਾਨ ਖਾਲਸਾ ਰਾਜ ਦੇ ਵਿੱਚ। ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਰਾਣੀ ਸਦਾ ਕੌਰ ਨਾ ਹੁੰਦੀ ਤਾਂ ਇਤਿਹਾਸ ਕੁਝ ਹੋਰ ਹੀ ਹੋਣਾ ਸੀ। ਲਾਹੌਰ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਸਦਾ ਕੌਰ ਨੇ ਪਹਿਲਾਂ ਲਾਹੌਰ ਦੇ ਸ਼ਾਸਨ ਪ੍ਰਬੰਧ ਨੂੰ ਸੁਧਾਰਿਆ, ਜਿੱਥੇ-ਜਿੱਥੇ ਜਿਸ ਚੀਜ਼ ਦੀ ਲੋੜ ਸੀ ਉਹ ਬਣਵਾਈਆਂ ਗਈਆਂ, ਸੈਨਿਕ ਪ੍ਰਬੰਧਾਂ ਨੂੰ ਸਹੀ ਕੀਤਾ ਤੇ ਉਸ ਤੋਂ ਬਾਅਦ ਰਾਣੀ ਸਦਾ ਕੌਰ ਨੇ ਸ਼ਹਿਰ ਦੇ ਮੁਖੀਆਂ ਤੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਤੇ ਫੌਜ ਦੇ ਵੱਡੇ ਸਰਦਾਰਾਂ ਨਾਲ ਗੱਲ ਕਰਕੇ ਕਿਹਾ ਕਿ ਇੱਕ ਅਜਿਹਾ ਦਰਬਾਰ ਕਰਵਾਇਆ ਜਾਵੇ ਜਿਸ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਬਖਸ਼ਿਆ ਜਾਵੇ। ਤਾਂ ਸਾਰੇ ਹੀ ਸਰਦਾਰਾਂ ਤੇ ਪਤਵੰਤੇ ਸੱਜਣਾਂ ਨੇ ਹਾਮੀ ਭਰੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਨਕਾਰ ਕਰ ਦਿੱਤਾ ਕਿ ਸੇਵਾ ਦੇ ਲਈ, ਖਾਲਸਾ ਰਾਜ ਦੇ ਲਈ ਅਜਿਹੇ ਦਿਖਾਵਿਆਂ ਦੀ ਕੀ ਲੋੜ ਹੈ। ਪਰ ਜਦੋਂ ਰਾਣੀ ਸਦਾ ਕੌਰ ਨੇ ਤੇ ਹੋਰ ਪਤਵੰਤੇ ਸੱਜਣਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਤੇ ਜ਼ੋਰ ਪਾਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦਾ ਖਿਤਾਬ ਧਾਰਨ ਕਰਨ ਦੀ ਹਾਮੀ ਭਰ ਦਿੱਤੀ ਤੇ ਉਸ ਤੋਂ ਬਾਅਦ ਹੀ ਰਣਜੀਤ ਸਿੰਘ ਦੇ ਨਾਮ ਨਾਲ ਮਹਾਰਾਜਾ ਸ਼ਬਦ ਜੁੜ ਗਿਆ ਤੇ ਦੁਨੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਹੀ ਜਾਣਿਆ ਜਾਣ ਲੱਗਾ। ਥੋੜੇ ਸਮੇਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ ਤੇ ਇਸ ਦੇ ਨਾਲ ਗਵਾਂਢ ਦੇ ਵਿੱਚ ਹੀ ਭੰਗੀ ਸਰਦਾਰਾਂ ਤੇ ਰਾਮਗੜੀ ਸਰਦਾਰਾਂ ਦੀ ਚਿੰਤਾ ਵੱਧ ਗਈ ਸੀ। ਹੁਣ ਗਵਾਂਢ ਦੇ ਵਿੱਚ ਜੇਕਰ ਐਡੀ ਵੱਡੀ ਤਾਕਤ ਵੱਧ ਰਹੀ ਹੋਵੇ ਤਾਂ ਫਿਕਰ ਹੋਣਾ ਸੁਭਾਵਿਕ ਗੱਲ ਹੈ, ਲਾਜ਼ਮੀ ਗੱਲ ਹੈ। ਤਾਂ ਇਸੇ ਕਰਕੇ ਰਾਮਗੜੀਆ ਸਰਦਾਰਾਂ ਤੇ ਭੰਗੀ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਜੰਗੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਹਨਾਂ ਤਿਆਰੀਆਂ ਦੀ ਖਬਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ ਤਾਂ ਉਹਨਾਂ ਨੇ ਆਪਣੇ ਪੱਧਰ ਤੇ ਇਸ ਦੀ ਜਾਂਚ ਪੜਤਾਲ ਕਰਵਾਈ ਤਾਂ ਗੱਲ ਠੀਕ ਨਿਕਲੀ। ਸੱਚਮੁੱਚ ਹੀ ਭੰਗੀ ਸਰਦਾਰ ਤੇ ਰਾਮਗੜੀਏ ਸਰਦਾਰ ਜੰਗੀ ਤਿਆਰੀਆਂ ਕਰ ਰਹੇ ਸੀ ਤਾਂ ਕਿ ਉਹ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰ ਸਕਣ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਤੇ ਫਤਿਹ ਸਿੰਘ ਆਹਲੂਵਾਲੀਆ ਦੇ ਨਾਲ ਸਲਾਹ ਕਰਕੇ 1802 ਦੀ ਰਾਤ ਨੂੰ ਹੀ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਪਰ ਤੁਰਨ ਤੋਂ ਪਹਿਲਾਂ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਪੂਰੀ ਖਾਲਸਾ ਫੌਜ ਨੂੰ ਹਦਾਇਤ ਕੀਤੀ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਹੈ ਤੇ ਇਸ ਸਮੇਂ ਜੋ ਵੀ ਕਾਰਵਾਈ ਕੀਤੀ ਜਾਵੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਨੂੰ ਸਤਿਕਾਰ ਵਿੱਚ ਰੱਖ ਕੇ ਕੀਤੀ ਜਾਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਤਿਕਾਰ ਅਤੇ ਉਹਨਾਂ ਦੀ ਨਗਰੀ ਦਾ ਸਤਿਕਾਰ ਸਭ ਤੋਂ ਜ਼ਰੂਰੀ ਹੈ ਤੇ ਹੋ ਸਕੇ ਤਾਂ ਅਜਿਹਾ ਢੰਗ ਵਰਤਿਆ ਜਾਵੇ ਕਿ ਬਿਨਾਂ ਕਿਸੇ ਖੂਨ ਖਰਾਬੇ ਦੇ, ਬਿਨਾਂ ਕਿਸੇ ਨੁਕਸਾਨ ਕੀਤੇ, ਬਿਨਾਂ ਤੋਪਾਂ ਦੀ ਵਰਤੋਂ ਕੀਤੇ ਜਿੱਤ ਪ੍ਰਾਪਤ ਹੋ ਜਾਵੇ। ਅਜਿਹੇ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਦੀ ਅਜਿਹੀ ਸੁਣੀ ਕਿ ਸਹੀ ਸਮੇਂ ਤੇ ਭੰਗੀ ਸਰਦਾਰ ਰਾਮਗੜੀਏ ਸਰਦਾਰਾਂ ਨੂੰ ਮਿਲ ਹੀ ਨਾ ਸਕੀ
ਤੇ ਮਹਾਰਾਜਾ ਰਣਜੀਤ ਸਿੰਘ ਨੇ ਇੰਨੀ ਚਲਾਕੀ ਦੇ ਨਾਲ ਤੇ ਇੰਨੇ ਚੁੱਪਚਾਪ ਤਰੀਕੇ ਨਾਲ ਅੰਮ੍ਰਿਤਸਰ ਤੇ ਧਾਵਾ ਬੋਲਿਆ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ। ਇਸ ਸਮੇਂ ਰਾਣੀ ਸਦਾ ਕੌਰ ਨੇ ਫਿਰ ਤੋਂ ਸਿਆਣਪ ਦਿਖਾਉਂਦੇ ਹੋਏ ਇੱਕ ਰਣਨੀਤੀ ਤਿਆਰ ਕੀਤੀ। ਉਹਨਾਂ ਨੇ ਆਪਣੀ ਫੌਜ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਚਾਰੇ ਪਾਸੇ ਫੈਲ ਜਾਓ ਤੇ ਉੱਚੀ ਉੱਚੀ ਜੈਕਾਰੇ ਲਾਉਣੇ ਸ਼ੁਰੂ ਕਰ ਦਿਓ, ਧੌਂਸੇ ਵਜਾਉਣੇ ਸ਼ੁਰੂ ਕਰ ਦਿਓ ਅਤੇ ਸ਼ੋਰ ਸ਼ਰਾਬੇ ਤੋਂ ਕੰਮ ਲਿਆ ਜਾਵੇ ਅਤੇ ਜਿੰਨਾ ਚਿਰ ਹੁਕਮ ਨਾ ਹੋਵੇ ਹਥਿਆਰ ਦੀ ਵਰਤੋਂ ਨਾ ਕੀਤੀ ਜਾਵੇ। ਇਸ ਤਰ੍ਹਾਂ ਦਿਖਾਵਾ ਕੀਤਾ ਜਾਵੇ ਕਿ ਜਿਸ ਤਰ੍ਹਾਂ ਫੌਜ ਨੇ ਸ਼ਹਿਰ ਤੇ ਧਾਵਾ ਬੋਲ ਦਿੱਤਾ ਹੈ। ਜਿਵੇਂ ਕਿ ਫੌਜੀਆਂ ਨੂੰ ਸਿਖਲਾਈ ਵੇਲੇ ਨਕਲੀ ਲੜਾਈ ਕਰਾਈ ਜਾਂਦੀ ਹੈ, ਇਸੇ ਤਰ੍ਹਾਂ ਦਾ ਉਸ ਵੇਲੇ ਮਾਹੌਲ ਤਿਆਰ ਕੀਤਾ ਗਿਆ ਕਿ ਸ਼ਹਿਰ ਵਾਸੀਆਂ ਨੂੰ ਲੱਗਿਆ ਕਿ ਸਾਡੇ ਤੇ ਹਮਲਾ ਹੋ ਚੁੱਕਿਆ ਹੈ ਤੇ ਅਸੀਂ ਚਾਰੇ ਪਾਸੇ ਤੋਂ ਘਿਰ ਚੁੱਕੇ ਹਾਂ ਤੇ ਬਹੁਤ ਭਾਰੀ ਬਹੁਤ ਵੱਡੀ ਫੌਜ ਸਾਡੇ ਤੇ ਚੜ੍ਹ ਕੇ ਆ ਗਈ ਹੈ ਤੇ ਸਾਡਾ ਬਚਣਾ ਹੁਣ ਮੁਸ਼ਕਿਲ ਹੈ। ਤੇ ਹੋਇਆ ਵੀ ਇਦਾਂ ਹੀ। ਰਾਣੀ ਸਦਾ ਕੌਰ ਦੀ ਸਿਆਣਪ ਤੇ ਉਹਨਾਂ ਦੀ ਜੁਗਤ ਕੰਮ ਕਰ ਗਈ। ਸ਼ਹਿਰ ਦੇ ਮੁਖੀਏ ਤੇ ਪਤਵੰਤੇ ਸੱਜਣ, ਜਿਨ੍ਹਾਂ ਵਿੱਚੋਂ ਅਕਾਲੀ ਫੂਲਾ ਸਿੰਘ ਵੀ ਸੀ, ਉਹ ਅੱਗੇ ਆਏ ਤੇ ਉਹਨਾਂ ਨੇ ਦੋਵਾਂ ਧਿਰਾਂ ਦਾ ਇੱਕ ਘਰ ਦੇ ਵਿੱਚ ਬਿਠਾ ਕੇ ਹੀ ਸਮਝੌਤਾ ਤਿਆਰ ਕਰ ਦਿੱਤਾ। ਇਸ ਸਮਝੌਤੇ ਤੇ ਦੋਵਾਂ ਧਿਰਾਂ ਨੇ ਹਾਮੀ ਭਰ ਦਿੱਤੀ ਤੇ ਇਸ ਵਿੱਚ ਦੋ ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਸ਼ਰਤ ਇਹ ਸੀ ਕਿ ਭੰਗੀ ਸਰਦਾਰ ਕਿਲੇ ਨੂੰ ਖਾਲੀ ਕਰ ਦੇਣ ਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ ਜਾਵੇ ਤੇ ਦੂਸਰੀ ਸ਼ਰਤ ਇਹ ਸੀ ਕਿ ਭੰਗੀ ਸਰਦਾਰਾਂ ਦੁਆਰਾ ਕਿਲਾ ਖਾਲੀ ਕਰ ਦੇਣ ਤੋਂ ਬਾਅਦ ਉਹਨਾਂ ਦੇ ਗੁਜ਼ਾਰੇ ਲਈ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਗੀਰ ਦਿੱਤੀ ਜਾਵੇ। ਸੋ ਹੋਇਆ ਵੀ ਇਦਾਂ ਹੀ। ਹਾਮੀ ਭਰ ਦਿੱਤੀ ਗਈ, ਸ਼ਰਤਾਂ ਮੰਨ ਲਈਆਂ ਗਈਆਂ ਤੇ ਭੰਗੀ ਸਰਦਾਰਾਂ ਨੇ ਕਿਲੇ ਨੂੰ ਖਾਲੀ ਕਰ ਦਿੱਤਾ, ਜਿਸ ਤੋਂ ਬਾਅਦ ਪੂਰੀ ਗੁਰੂ ਕੀ ਨਗਰੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤੇ ਉਸ ਨੂੰ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ। ਰਾਣੀ ਸਦਾ ਕੌਰ ਦੀ ਇਸ ਸਿਆਣਪ ਦੇ ਸਦਕਾ ਬਿਨਾਂ ਕਿਸੇ ਖੂਨ ਖਰਾਬੇ, ਬਿਨਾਂ ਕਿਸੇ ਲੜਾਈ ਝਗੜੇ, ਬਿਨਾਂ ਕਿਸੇ ਜਾਨੀ ਨੁਕਸਾਨ ਦੇ ਗੁਰੂ ਮਹਾਰਾਜ ਦੀ ਗੁਰੂ ਕੀ ਨਗਰੀ ਅੰਮ੍ਰਿਤਸਰ ਨਗਰੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਵੀ ਹੋ ਗਿਆ ਤੇ ਇਸ ਨੂੰ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿੱਚ ਮਿਲਾਉਣ ਤੋਂ ਬਾਅਦ ਭੰਗੀ ਸਰਦਾਰਾਂ ਦੇ ਕਿਲੇ ਨੂੰ ਵੀ ਕਬਜ਼ੇ ਵਿੱਚ ਕਰ ਲਿਆ ਗਿਆ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸਾਰੇ ਹਥਿਆਰ ਹੱਥ ਵਿੱਚ ਆਏ ਤੇ ਨਾਲ ਹੀ ਤੋਪਾਂ ਵੀ ਹੱਥ ਵਿੱਚ ਆਈਆਂ, ਜਿਸ ਵਿੱਚ ਮਸ਼ਹੂਰ ਜ਼ਮਜ਼ਮਾ ਤੋਪ ਵੀ ਸ਼ਾਮਿਲ ਸੀ। ਰਾਣੀ ਸਦਾ ਕੌਰ ਦੀਆਂ ਇਹਨਾਂ ਸਿਆਣਪਾਂ ਤੋਂ ਹਰ ਕੋਈ ਦੰਗ ਰਹਿ ਗਿਆ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਜਿਸ ਤਰੀਕੇ ਨਾਲ ਉਹ ਕਰ ਰਹੇ ਸਨ ਤੇ ਬਿਨਾਂ ਲੜਾਈ ਝਗੜੇ, ਬਿਨਾਂ ਖੂਨ ਖਰਾਬੇ ਉਹ ਅੱਗੇ ਵਧ ਰਹੇ ਸਨ, ਉਹ ਬਹੁਤ ਹੀ ਸਲਾਹੁਣਯੋਗ ਸੀ। ਇਨ੍ਹਾਂ ਜਿੱਤਾਂ ਤੋਂ ਬਾਅਦ ਰਾਣੀ ਸਦਾ ਕੌਰ ਨੇ ਹਜ਼ਾਰੇ ਦੀ ਜਿੱਤ ਵਿੱਚ ਵੀ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ। ਉਹਨਾਂ ਨੇ ਇਸ ਲੜਾਈ ਦੇ ਵਿੱਚ ਬਹੁਤ ਹੀ ਬਹਾਦਰੀ ਦੇ ਜੌਹਰ ਦਿਖਾਏ ਤੇ ਉਹਨਾਂ ਨੇ ਲੜਾਈ ਜਿੱਤਣ ਤੋਂ ਬਾਅਦ ਇੱਕ ਦਰਬਾਰ ਵੀ ਕਾਇਮ ਕੀਤਾ, ਜਿਸ ਨੇ ਬਾਅਦ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ। ਇਸ ਦਰਬਾਰ ਤੋਂ ਹੀ ਬਾਅਦ ਵਿੱਚ ਹਜ਼ਾਰੇ ਦਾ ਰਾਜ ਪ੍ਰਬੰਧ ਚਲਾਇਆ ਗਿਆ। ਜੋ ਵੀ ਪ੍ਰਸ਼ਾਸਨਿਕ ਫੈਸਲੇ ਲੈਣੇ ਸੀ ਇਸੇ ਦਰਬਾਰ ਤੋਂ ਲਏ ਜਾਂਦੇ ਸੀ। ਜੋ ਵੀ ਮਿਲਣ ਵਾਸਤੇ ਉਸ ਸਮੇਂ ਦੇ ਰਾਜੇ ਮਹਾਰਾਜੇ ਜਾਂ ਮੁਖੀ ਆਉਂਦੇ ਸੀ ਉਹ ਇਸੇ ਦਰਬਾਰ ਦੇ ਵਿੱਚ ਆਉਂਦੇ ਸੀ। ਇਸ ਤੋਂ ਇਲਾਵਾ ਜਿੱਥੇ ਜਿੱਥੇ ਕਿਲਿਆਂ ਦੀ ਲੋੜ ਸੀ ਕਿਲੇ ਬਣਵਾਏ ਗਏ, ਜਿੱਥੇ ਚੌਂਕੀਆਂ ਦੀ ਲੋੜ ਸੀ ਚੌਂਕੀਆਂ ਬਣਵਾਈਆਂ ਗਈਆਂ ਤੇ ਪੂਰੀ ਤਰ੍ਹਾਂ ਨਾਲ ਜਦੋਂ ਹਜ਼ਾਰੇ ਦਾ ਰਾਜ ਪ੍ਰਬੰਧ ਸੈੱਟ ਹੋ ਗਿਆ, ਸਹੀ ਹੋ ਗਿਆ ਤੇ ਉਸ ਤੋਂ ਬਾਅਦ ਰਾਣੀ ਸਦਾ ਕੌਰ ਆਪਣੀ ਫੌਜ ਨੂੰ ਲੈ ਕੇ ਲਾਹੌਰ ਵਾਪਸ ਆ ਜਾਂਦੇ ਨੇ। ਦੋਸਤੋ, ਰਾਣੀ ਸਦਾ ਕੌਰ ਦੀ ਤਕਰੀਬਨ ਸਾਰੀ ਉਮਰ ਹੀ ਜੰਗਾਂ ਯੁੱਧਾਂ ਦੇ ਵਿੱਚ ਨਿਕਲ ਗਈ ਸੀ। ਜਦੋਂ ਉਹਨਾਂ ਦੀ ਉਮਰ 60 ਤੋਂ ਉੱਪਰ ਟੱਪ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪ ਹੀ ਕਿਹਾ ਸੀ ਕਿ ਤੁਸੀਂ ਹੁਣ ਕਿਸੇ ਮੁਹਿੰਮ ਤੇ ਨਾ ਜਾਇਆ ਕਰੋ, ਤੁਸੀਂ ਆਪਣੇ ਘਰ ਦੇ ਵਿੱਚ ਹੀ ਆਰਾਮ ਕਰੋ, ਕਿਉਂਕਿ ਉਮਰ ਦੇ ਨਾਲ ਇਸ ਸ਼ੇਰਨੀ ਦੀ ਗਤੀ ਵੀ ਧੀਮੀ ਪੈ ਚੁੱਕੀ ਸੀ ਤੇ ਸੋਚਣ ਸਮਝਣ ਦੀ, ਫੈਸਲੇ ਲੈਣ ਦੀ ਜਿਹੜੀ ਤਾਕਤ ਸੀ ਉਹ ਘਟ ਗਈ ਸੀ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਮੁਹਿੰਮ ਤੇ ਜਾਣ ਤੋਂ ਮਨਾ ਕਰ ਦਿੱਤਾ ਸੀ ਤੇ ਹੁਣ ਆਖਰੀ ਉਮਰੇ ਚੈਨ ਨਾਲ ਬਿਤਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਉਹਨਾਂ ਦੀ ਇੱਛਾ ਦੇ ਅਨੁਸਾਰ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਹਵੇਲੀ ਦੇ ਵਿੱਚ ਉਹਨਾਂ ਦੇ ਰਹਿਣ ਦੀ ਤਿਆਰੀ ਕਰਵਾਈ ਗਈ। 1823 ਦੇ ਵਿੱਚ ਰਾਣੀ ਸਦਾ ਕੌਰ ਨੇ ਆਪਣੀ ਮਰਜ਼ੀ ਦੇ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਹਵੇਲੀ ਵਿੱਚ ਰਹਿਣ ਦੀ ਇੱਛਾ ਜਤਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਇੱਛਾ ਉਹਨਾਂ ਦੀ ਪੂਰੀ ਕੀਤੀ ਸੀ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਉਸ ਹਵੇਲੀ ਦੇ ਵਿੱਚ ਰਹਿੰਦੇ ਹੋਏ ਹੀ 70 ਸਾਲ ਦੀ ਉਮਰ ਵਿੱਚ ਉਹ ਅਕਾਲ ਚਲਾਣਾ ਕਰ ਗਏ ਤੇ ਇਸ ਸ਼ੇਰਨੀ ਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਜਦੋਂ ਇਹ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦੀ ਹੈ ਤਾਂ ਉਹ ਆਪ ਕੁੰਵਰ ਨੌਨਿਹਾਲ ਸਿੰਘ, ਕੁੰਵਰ ਸ਼ੇਰ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਸ਼ਾਹੀ ਤਰੀਕੇ ਨਾਲ ਉੱਥੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਪੂਰੇ ਸਤਿਕਾਰ ਦੇ ਨਾਲ, ਸ਼ਾਹੀ ਤਰੀਕੇ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਬਹੁਤ ਸਾਰੀ ਜਾਇਦਾਦ ਤਾਂ ਕੁੰਵਰ ਸ਼ੇਰ ਸਿੰਘ ਦੇ ਨਾਮ ਲੱਗ ਜਾਂਦੀ ਹੈ ਤੇ ਬਾਕੀ ਬਚੀ ਸਾਰੀ ਦੀ ਸਾਰੀ ਜਾਇਦਾਦ ਖਾਲਸਾ ਰਾਜ ਦੇ ਨਾਲ ਮਿਲਾ ਲਈ ਜਾਂਦੀ ਹੈ। ਤਾਂ ਦੋਸਤੋ, ਤੁਸੀਂ ਇਸ ਪੂਰੀ ਵੀਡੀਓ ਵਿੱਚ ਸਮਝ ਗਏ ਹੋਵੋਗੇ ਕਿ ਕਿੱਡਾ ਵੱਡਾ ਰੋਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਤੇ ਖਾਲਸਾ ਰਾਜ ਦੀ ਸਥਾਪਨਾ ਦੇ ਵਿੱਚ ਰਾਣੀ ਸਦਾ ਕੌਰ ਦਾ। ਉਹਨਾਂ ਦੀ ਯੋਗ ਅਗਵਾਈ, ਉਹਨਾਂ ਦੀ ਬਹਾਦਰੀ, ਉਹਨਾਂ ਦੀ ਸਿਆਣਪ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਇੱਕ ਤੋਂ ਬਾਅਦ ਇੱਕ ਜਿੱਤਾਂ ਹਾਸਲ ਕਰਦੇ ਰਹੇ। ਰਾਣੀ ਸਦਾ ਕੌਰ ਦੇ ਯੋਗਦਾਨ ਕਰਕੇ ਹੀ ਐਡਾ ਵੱਡਾ ਖਾਲਸਾ ਸਾਮਰਾਜ ਸਥਾਪਿਤ ਹੋ ਪਾਇਆ ਤੇ ਮਹਾਰਾਜਾ ਰਣਜੀਤ ਸਿੰਘ ਐਡਾ ਵੱਡਾ ਰਾਜਾ ਬਣ ਪਾਇਆ।
ਸੋ ਦੋਸਤੋ, ਤੁਸੀਂ ਇਸ ਵੀਡੀਓ ਬਾਰੇ ਕੀ ਰਾਏ ਰੱਖਦੇ ਹੋ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਤਿਹਾਸ ਦੱਸਦਿਆਂ ਹੋਇਆਂ ਕੋਈ ਵੀ ਗਲਤੀ ਜਾਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।